ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਪਿਛਲੇ ਲੈਕਚਰ ਦੇ ਵਿੱਚ ਸਟੈਟਿਕਸ ਬੁੱਕਸ ਦਾ ਚੈਪਟਰ 7 ਨਵਾਂ ਸ਼ੁਰੂ ਕੀਤਾ ਸੀਗਾ। ਉਹਦਾ ਨਾਮ ਸੀਗਾ ਇਕੁਇਲਿਬਰੀਅਮ ਆਫ ਦੀ 3 ਕੋਪਲੈਨਰ ਫੋਰਸਿਸ ਐਕਟਿੰਗ ਔਨ ਰਿਜਿਡ ਬਾਡੀ। 3 ਕੋਪਲੈਨਰ ਫੋਰਸਿਸ ਇੱਕ ਬਾਡੀ ਉੱਪਰ ਐਕਟ ਕਰ ਰਹੀਆਂ ਹੋਣ, ਉਹਦਾ ਕਨਸੈਪਟ ਆਪਾਂ ਸ਼ੁਰੂ ਕੀਤਾ ਸੀ। ਜੇ 2 ਕਨਸੈਪਟ ਸੀਗੇ, ਇੱਕ ਪੈਰਲਲ ਫੋਰਸਿਸ ਸੀਗੀਆਂ 3, ਇੱਕ ਹੋਣਗੀਆਂ ਨਾਨ ਪੈਰਲਲ ਫੋਰਸਿਸ। ਜਿਹੜਾ ਪਹਿਲੀ ਐਕਸਰਸਾਈਜ਼ ਕਰ ਰਹੇ ਹੈਗੇ ਆਪਾਂ ਪੈਰਲਲ ਫੋਰਸ ਉੱਪਰ ਬੇਸਡ ਆ। ਇੱਕ ਨੂਮੈਰੀਕਲ ਆਪਾਂ ਲਾਸਟ ਲੈਕਚਰ ਕੀਤਾ ਸੀਗਾ ਜੀ, ਤੇ 2 ਨੂਮੈਰੀਕਲ ਆਪਾਂ ਅੱਜ ਹੋਰ ਟਰਾਈ ਕਰਨੇ ਨੇ। ਤੇ ਜਿਹੜਾ ਨੂਮੈਰੀਕਲ ਆਪਾਂ ਹੁਣ ਕਰਨਾ ਹੈ ਉਹਦੀ ਸਟੇਟਮੈਂਟ ਦੇਖ ਲਓ। ਹੈਮੀਸਫੀਅਰ ਆਫ ਰੇਡੀਅਸ A and a weight W is placed with its curved surface on a smooth table and a string of length L less than A attached to a point on its rim and to a point on the table. Find the position of equilibrium and prove that the tension of the string is 3W by 8A minus L upon 2A L minus L square the square root। ਤੇ ਕਰਨਾ ਆਪਾਂ ਨੇ ਪਹਿਲਾ ਪਾਰਟ ਪੁੱਛਿਆ ਹੈਗਾ ਉਹਨਾਂ ਨੇ, ਫਾਈਂਡ ਦਾ ਪੋਜੀਸ਼ਨ ਆਫ ਇਕੁਇਲਿਬਰੀਅਮ। ਮੈਂ ਦੱਸਣਾ ਕਿ ਡਾਇਗਰਾਮ ਕਿੱਦਾਂ ਦੀ ਬਣੇਗੀ ਇਹਦੀ। ਇਕੁਇਲਿਬਰੀਅਮ ਦੇ ਵਿੱਚ ਇਕੁਇਲਿਬਰੀਅਮ ਹੁੰਦਾ ਜੋ ਬਾਡੀ ਰੈਸਟ ਤੇ ਹੋਊਗੀ, ਉਸ ਕੇਸ 'ਚ ਬਾਡੀ ਦੀ ਪਿਕਚਰ ਕਿੱਦਾਂ ਬਣੇਗੀ, ਬਾਡੀ ਕਿਸ ਤਰ੍ਹਾਂ ਦੀ ਹੋਏਗੀ। ਪਹਿਲਾਂ ਬਣਾਉਣੀ ਆ, ਮੈਂ ਡਾਇਗਰਾਮ ਕਿਹਾ ਉਹਨਾਂ ਨੇ ਡਾਇਗਰਾਮ ਬਣਾਉਣ ਵਾਸਤੇ। ਡਾਇਗਰਾਮ ਤਾਂ ਵੈਸੇ ਹੀ ਬਣਾਉਣੀ ਆ ਆਪਾਂ ਨੇ, ਕਿਉਂ ਡਾਇਗਰਾਮ ਤੋਂ ਬਗੈਰ ਕੁਐਸਚਨ ਸੋਲਵ ਨਹੀਂ ਹੋਣੇ ਹੈਗੇ। ਜੋ ਡਾਇਗਰਾਮ ਬਣਾਉਣੀ ਹੈ ਫਿਰ ਆਪਾਂ ਬਾਅਦ 'ਚ ਇਹ ਸੋਲਵ ਕਰਨਾ, ਇਹ ਸੋਲਵ ਹੋ ਜਾਏਗਾ। ਹੁਣ ਇਹਨਾਂ ਵਿੱਚ ਇਹੀ ਆ, ਇੱਕ ਤਾਂ ਡਾਇਗਰਾਮ ਆ, ਪਹਿਲੀ ਗੱਲ ਤਾਂ ਉਹ ਡਾਇਗਰਾਮ ਪਿੱਛੇ ਪੜ੍ਹਦੇ ਆ ਰਹੇ ਆ ਆਪਾਂ, ਇਹ ਤਾਂ ਇਹਨਾਂ 'ਚ ਕੀ ਨਵਾਂ ਹੈਗਾ। ਇਹਨਾਂ ਵਿੱਚ ਇਹ ਹੈ ਕਿ ਤੁਹਾਨੂੰ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸੋਚਣੀਆਂ ਪੈਣਗੀਆਂ ਆਪਣੇ ਦਿਮਾਗ ਨਾਲ, ਕਿ ਕਿੱਦਾਂ ਕੀ ਪੋਸੀਬਲ ਆ। ਮੇਰਾ ਡਾਇਗਰਾਮ ਇਹਦੀ ਕਿੱਦਾਂ ਦੀ ਪੋਸੀਬਲ ਹੋਊਗੀ। ਇੱਕ ਹੈਮੀਸਫੀਅਰ ਆ ਤੇ ਉਹਨੂੰ ਜਿਹੜਾ ਹੈਗਾ ਆਪਾਂ ਨੇ ਉਹਦਾ ਵੇਟ W ਹੈਗਾ। ਜੇ ਹੈਮੀਸਫੀਅਰ ਦਾ ਵੇਟ W ਹੈਗਾ ਜੀ, ਉਹਦਾ ਕਾਵਰਡ ਸਰਫੇਸ ਏਰੀਆ ਹੈਗਾ, ਉਹਨੂੰ ਆਪਾਂ ਸਟ੍ਰਿੰਗ ਲੈ ਕੇ ਬੰਨਿਆ ਹੋਇਆ ਟੇਬਲ ਨਾਲ, ਤਾਂ ਪਿਕਚਰ ਕਿੱਦਾਂ ਦੀ ਬਣੇਗੀ। ਜਿਵੇਂ ਪਹਿਲਾਂ ਆਪਾਂ ਦੇਖੀਏ, ਆਹ ਟੇਬਲ ਦਾ ਸਰਫੇਸ ਆ, ਮੰਨ ਲਓ ਇੱਧਰ ਤੋਂ ਆਉਣਾ ਚਾਹੀਦਾ। ਆਹ ਟੇਬਲ ਦਾ ਸਰਫੇਸ ਆ ਜੀ। ਹੈਮੀਸਫੇਰੀਕਲ ਹੈਮੀਸਫੀਅਰ ਦਿੱਤਾ ਹੋਇਆ ਆਪਾਂ ਨੂੰ। ਹੈਮੀਸਫੀਅਰ ਕੀ ਹੁੰਦਾ, ਸਫੀਅਰ ਦਾ ਅੱਧਾ। ਜਿਵੇਂ ਆ ਸਫੀਅਰ ਪੂਰਾ ਹੋਊਗਾ ਜੀ, ਜਿਹੜਾ ਇਹਦਾ ਅੱਧਾ ਪੋਰਸ਼ਨ ਹੋਊਗਾ ਇਹਨੂੰ ਹੈਮੀਸਫੀਅਰ ਕਹਾਂਗੇ। ਇਹ ਹੈਮੀਸਫੀਅਰ ਇਹ ਸੋਲਿਡ ਆ। ਸੋਲਿਡ ਮਤਲਬ ਕਿ ਉਹਦਾ ਖੋਖਲਾ ਨਹੀਂ ਹੈਗਾ, ਅੰਦਰ ਦਿੱਤਾ ਹੋਇਆ ਆਪਾਂ ਨੂੰ। ਇਹਦਾ ਰੇਡੀਅਸ ਕੀ ਹੈਗਾ ਆਪਣੇ ਕੋਲ, ਕਿਉਂ ਵੇਟ ਦੀ ਗੱਲ ਕੀਤੀ ਹੈ ਨਾ, ਇਹਦਾ ਜਿਹੜਾ ਰੇਡੀਅਸ ਹੈਗਾ ਦਿੱਤਾ ਹੋਇਆ ਉਹਨਾਂ ਨੇ ਇਹ ਰੇਡੀਅਸ। ਇਹਦਾ ਵੇਟ ਇੱਕ ਨਵੀਂ ਗੱਲ ਆਊਗੀ ਇਹਦੇ ਵਿੱਚ, ਇਹ ਫਿਲਹਾਲ ਆਪਾਂ ਨੂੰ ਯਾਦ ਰੱਖਣਾ ਪੈਣਾ ਹੈਗਾ। ਇਹ ਤਾਂ ਦੇਖਿਆ ਹੋਇਆ ਪਹਿਲਾਂ ਕਿ ਯੂਨੀਫਾਰਮ ਰੋਡ ਹੋਵੇ, ਰੋਡ ਇਕਸਾਰ ਆ। ਇਹ ਕਿਤੇ ਪ੍ਰੂਵ ਤਾਂ ਕੀਤਾ ਨਹੀਂ, ਵੈਸੇ ਪ੍ਰੂਵ ਕਰਾਂਗੇ ਆਪਾਂ। ਪਰ ਇਹ ਆਪਾਂ ਦਿਮਾਗ ਲਗਾ ਸਕਦੇ ਜੇ ਰੋਡ ਇਕਸਾਰ ਹੈਗਾ, ਯੂਨੀਫਾਰਮ ਆ, ਉਹਦਾ ਵੇਟ ਜੋ ਹੈ ਉਹ ਸੈਂਟਰ ਤੇ ਐਕਟ ਕਰੇਗਾ। ਜਿਹੜਾ ਵੇਟ ਸੈਂਟਰ ਤੇ ਐਕਟ ਕਰੇਗਾ ਇਹਨੂੰ ਸੈਂਟਰ ਆਫ ਗ੍ਰੈਵਿਟੀ ਕਹਿੰਦੇ ਆ। ਇਹ ਆਪਣੀ ਇਸ ਬੁੱਕ ਦਾ ਲਾਸਟ ਚੈਪਟਰ ਆ, ਸੈਂਟਰ ਆਫ ਗ੍ਰੈਵਿਟੀ। ਉਹਦੇ ਵਿੱਚ ਇਹਦਾ ਪ੍ਰੂਫ ਹੀ ਆਊਗਾ ਵੈਸੇ ਕਿ ਯੂਨੀਫਾਰਮ ਰੋਡ ਦਾ ਵੇਟ ਸੈਂਟਰ ਦੇ ਕਨੈਕਟ ਕਰਦਾ। ਫਿਰ ਇਹ ਤਾਂ ਆਪਾਂ ਸੋਚ ਵੀ ਸਕਦੇ ਹਾਂ ਕਿ ਸੈਂਟਰ ਤੇ ਹੋਊਗਾ, ਜੇ ਇਕਸਾਰ ਹੈਗੀ ਆ ਤਾਂ ਸੈਂਟਰ ਤੇ ਹੀ ਬੈਲੈਂਸ ਕਰੇਗੀ ਜਾਂ ਵੇਟ ਆਊਗੀ। ਹੁਣ ਇਹ ਇਕਸਾਰ ਨਹੀਂ ਹੈ, ਉੱਪਰੋਂ ਮੋਟਾ ਨੀਚੇ ਜਾ ਰਿਹਾ, ਜਿਵੇਂ ਚੌੜਾ ਹੋ ਗਿਆ, ਹੋਰ ਪਤਲਾ ਹੋ ਗਿਆ, ਹੋਰ ਪਤਲਾ ਹੋ ਗਿਆ, ਇਹ ਹੋਰ ਪਤਲਾ, ਯੂਨੀਫਾਰਮ ਨਹੀਂ ਹੈ। ਜੇ ਯੂਨੀਫਾਰਮ ਨਹੀਂ ਹੈਗਾ, ਇਹਦਾ ਵੇਟ ਸੈਂਟਰ ਤੇ ਨਹੀਂ ਆਊਗਾ। ਸੈਂਟਰ ਦੇ ਮਤਲਬ ਇਦਾਂ ਕਹਿ ਲਓ ਕਿ ਆਹ ਰੇਡੀਅਸ A ਹੈ, ਇਹ ਵੀ ਰੇਡੀਅਸ ਹੋਊਗਾ, ਇਹ A/2 ਤੇ ਨਹੀਂ ਆਊਗਾ। ਇਹ ਆਪਣੀ ਕਾਮਨ ਸੈਂਸ ਵੀ ਹੈ। A/2 ਤੇ ਕਿਉਂ ਨਹੀਂ ਆਉਣਾ, ਇਹ 2 ਹਿੱਸੇ ਕਰ ਲਓ। A/2 ਤੇ ਆਹ ਹਿੱਸਾ ਹਲਕਾ ਹੋਊਗਾ, ਆਹ ਭਾਰਾ ਹੋਊਗਾ। ਚਲੋ ਇਹਦਾ ਵੇਟ ਫਿਰ ਕਿੱਥੇ ਐਕਟ ਕਰੇਗਾ, ਇਹਦਾ ਵੇਟ ਕਿੱਥੇ ਐਕਟ ਕਰੇਗਾ, ਇਹ ਆਪਾਂ ਸੈਂਟਰ ਆਫ ਗ੍ਰੈਵਿਟੀ ਚੈਪਟਰ ਲਾਸਟ ਚੈਪਟਰ ਆਪਾਂ ਕਰਾਂਗੇ, ਉਹ 'ਚ ਪ੍ਰੂਵ ਕਰਾਂਗੇ। ਫਿਲਹਾਲ ਇਹ ਯਾਦ ਰੱਖਣਾ ਪੈਣਾ ਹੈਗਾ ਆਪਾਂ ਨੂੰ
कि ਇਹਦਾ जो वेट हैगा ਇਹ 3/8 डिस्टेंस होगा रेडियस का 3/8 आ डिस्टेंस जिथे वेट एक्ट करेगा पूरा सेंटर तो डिस्टेंस 3/8 होगी 3/8 आऊगी ये आपने फिलहाल ध्यान रखना ये बाकी ये प्रूव अगे करांगे जो सेंटर ऑफ ग्रेविटी चैप्टर करांगे ये चीज़ ध्यान रखनी पैनी है बाकी तो समझने वाला काम है सारा मगर इहदा भार इत्थे होगा वेट हमेशा वर्टिकल होंदा हमेशा कि वेट जिवें बनता होंदा है उन्होंने धरती खिंचती है धरती हमेशा नीचे में खिंचेगी इस करके वेट हमेशा वर्टिकली डाउनवर्ड होगा वर्टिकली डाउनवर्ड हमेशा डायरेक्शन तो आई होगी वेट की पर वेट एक्ट कितने होगा यूनीफॉर्म आउट सेंटर वास्ते होंदा जो हेमीस्फीयर हो गया अपने को 3/8 डिस्टेंस होगा जो देखो दिता कि अपने इस तो बाद उन्होंने दिता होया कि एक स्ट्रिंग हैगी जिसकी लेंथ रेडियस नालों घट आ वो रिम रिम की हो गया अपने को बाउंड्री अटैच टू अ पॉइंट ऑन इट्स रिम रिम होंगी जी बाउंड्री हो उपर वाली रिम कहते हैं जिवें साइकिल का रिम होंदा है मोटरसाइकिल का रिम होंदा जो टायर साइकिल का रिम किवें कहने होंगे आपां जो साइकिल का जिस टायर पैंदा होंदा साइकिल का टायर पैंदा होंदा है आ रिम होंदा रिम मतलब बाउंड्री होंदी है इहनूं रिम कहते हैं चक्का इहनूं चक्का नहीं कहते आपां चक्का बिंगा हो गया साइकिल चक्का बाउंड्री होंदी है आ रिम हो गया अपने को सो आ रिम जिहड़ा हैगा ये रिम के उपर किसी भी एक एंड पॉइंट से एक स्ट्रिंग बनी हुई है एक एंड पॉइंट रिम ते आ दूजा एंड पॉइंट स्ट्रिंग का टेबल ते हुण एक कंडीशन होर देती है उन्हें कि एल जो है वो ए नालों छोटा एल जो है वो ए नालों छोटा मतलब आह लेंथ ए है ये भी रेडियस होगा ये भी रेडियस होगा सेंटर तो रेडियस होंगे सारे हुण आ स्ट्रिंग जिहड़ी हैगी देखोगे लग रहा बराबर है पर यह स्ट्रिंग छोटी लैनी है ये छोटी किवें होगी मतलब स्ट्रिंग आ ला लो छोटी होगी स्ट्रिंग जो छोटी होगी स्ट्रिंग ये पर ये अपने क्वेश्चन सैटिस्फाई नहीं करती क्वेश्चन सैटिस्फाई क्यों नहीं करती हैगी बिकॉज एक सिरा तो रिम के उपर दूजा सिरा आप फ्री छड्डता उन्होंने कहा दूजा सिरा टेबल के उपर होवे उन्हें इदां कहा जे दूजा सिरा टेबल के उपर होगा तो इहनूं खिंच के थ्रू टेबल के उपर बन्नना पैना जे इहनूं खिंच के टेबल नाल बन्नोगे तो आप सोच सकते हैं विजुअलाइज या दिमाग च पिक्चर बना सकते हैं इहनूं खिंच के नीचे करांगे तो बॉल टेढ़ा हो जाएगा ये बॉल आउणा इदां पिया हैगा जिहनूं खिंच के नीचे बन्नांगे तो बॉल टेढ़ा होगा जे मैं गल मैं क्वेश्चन रोक रहा हजे ये गल्लां देखो कि पहला डायग्राम हो गई किसी एक्टर ने डायग्राम की हैगी है एक वो गल वो डायग्राम सीधियां सी जो दिता होया सी आपां बना रहा सीगा ਇਹਦੇ ਵਿੱਚ ਆਪਾਂ ਨੂੰ ਪਿਕਚਰ ਆਪ ਦਿੱਤਾ ਤਾਂ ਹੋਇਆ ਪਿਕਚਰ ਆਪ ਬਣਾਉਣੀ ਪੈ ਰਹੀ ਹੈ ਇਹ ਕਹ ਲਓ ਕਿ ਡਾਇਗਰਾਮ ਦੇ ਦੋ ਸਟੈਪ ਹੋ ਗਏ ਫਸਟ ਸਟੈਪ ਤਾਂ ਜੋ ਡਾਇਗਰਾਮ ਦਿੱਤੀ ਹੋਈ ਹੈਗੀ ਆ ਉਦਾਂ ਬਣਾਉਣੀ ਹੈ ਸਿੱਧਾ ਗਿਆ ਸੀ ਉਹਨਾਂ ਨੇ ਤਿੰਨ ਫੋਰਸਾਂ ਨੇ ਜੇ ਇੱਕ ਕੁਆਡਰ ਇੱਕ ਸਕੁਅਰ ਆ ਉੱਥੇ ਫੋਰਸ ਐਕਟ ਕਰ ਰਹੀਆਂ ਨੇ ਸਿੱਧਾ ਹੋ ਗਿਆ ਸੀ ਹੁਣ ਇਹ ਫਸਟ ਸਟੈਪ ਜਿਹੜਾ ਫਸਟ ਤਰ੍ਹਾਂ ਦੇ ਡਾਇਗਰਾਮ ਬਣੇ ਇਹ ਸੈਕੰਡ ਤਰ੍ਹਾਂ ਡਾਇਗਰਾਮ ਹੈ ਕਿ ਡਾਇਗਰਾਮ ਵੀ ਹੈਗੀ ਹੈ ਤੇ ਨਾਲ ਵਿਜ਼ੂਅਲਾਈਜ਼ ਵੀ ਕਰ ਰਹੇ ਕਿ ਡਾਇਗਰਾਮ ਕਿੱਦਾਂ ਦੀ ਬਣੂਗੀ ਜੇ ਖਿੱਚਾਂਗੇ ਤਾਂ ਬਾਲ ਇਦਾਂ ਟੇਢਾ ਹੋਊਗਾ ਇਹ ਸੈਕੰਡ ਟਾਈਪ ਡਾਇਗਰਾਮ ਸੈਕੰਡ ਟਾਈਪ ਦੀ ਡਾਇਗਰਾਮ ਬਣੇ ਇਹਦੇ ਵਿੱਚ ਜੇ ਫਸਟ ਟਾਈਪ ਦੇ ਡਾਇਗਰਾਮ ਆਪਾਂ ਨਹੀਂ ਆਉਂਦੀ ਹੈਗੀ ਇਹ ਤਾਂ ਬੰਦੇ ਨਹੀਂ ਹੈਗੇ ਡਾਇਗਰਾਮ ਆਪਾਂ ਜਿਹਨਾਂ ਨੂੰ ਫਸਟ ਟਾਈਪ ਦੇ ਡਾਇਗਰਾਮ ਆਉਂਦੀਆਂ ਨੇ ਕਿ ਸਟੇਟਮੈਂਟ ਪੜ੍ਹਨੀ ਆਉਂਦੀ ਹੈਗੀ ਤਾਂ ਉਹਨੂੰ ਇਹ ਕੁਝ ਸਮਝ ਆ ਜਾਏਗਾ ਕਿੱਦਾਂ ਵਿਜ਼ੂਅਲਾਈਜ਼ ਕਰਨਾ ਹੈਗਾ ਪਰ ਇਹ ਗੱਲ ਧਿਆਨ ਰੱਖਣੀ ਹੈ ਇਹ ਫਸਟ ਟਾਈਪ ਦੀ ਡਾਇਗਰਾਮ ਦੀ ਥੋੜ੍ਹੀ ਤੋਂ ਨਹੀਂ ਬਣ ਰਹੀ ਹੈਗੀ ਸੈਕੰਡ ਟਾਈਪ ਡਾਇਗਰਾਮ ਬਣਨੀ ਔਖੀ ਹੋਊਗੀ ਮਤਲਬ ਜਿਹੜੇ ਪਹਿਲਾਂ ਮਿਹਨਤ ਨਹੀਂ ਕਰ ਰਹੇ ਹੈਗੇ ਬੱਚੇ ਇੱਥੇ ਮਿਹਨਤ ਕਰਨੀ ਬੜੀ ਔਖੀ ਹੋਊਗੀ ਇੱਥੇ ਮਿਹਨਤ ਨਹੀਂ ਹੋਣੀ तो देखो ये तो ही पहला गल की थी जो बच्चा ना पढ़ी जाऊगा उन्हें समझा ही जाऊगा जी नहीं तो अदरवाइज ये काम औखा हो जाना तो देखो इन्हों खिंच के आप इतने बनांगे तो ये पिक्चर टेढ़ी हो जाएगी टेढ़ी मतलब फिर इदा डायग्राम कुछ बनेगी
ये बाउल आ मान लो, टेढ़ा बाउल बनाना अपना बाउल, ये बाउल ਇਹਦਾ टेढ़ा बनेगा जी इत्थे ਇਹ ਲੈਂਥ L, ਜੇ ਇਹ ਲੈਂਥ ਆਪਣੇ ਕੋਲ L ਹੈਗੀ ਆ ਤਾਂ ਬਾउल ਇਹਦਾ ਟੇਢਾ ਬਣੇਗਾ ਆਪਣੇ ਕੋਲ, ਜੇ ਖਿੱਚ ਕੇ ਬੰਨਾਂਗੇ ਆਪਾਂ ਤਾਂ ਬਾउल ਟੇਢਾ ਹੋ ਜਾਏਗਾ, ਤਾਂ ਡਾਇਗਰਾਮ ਇਹਦੀ ਇਦਾਂ ਬਣੇਗੀ। ਫਿਰ ਫਰਕ ਕੀ ਪੈ ਗਿਆ, ਇੱਕ ਤਾਂ ਆਹ ਰੇਡੀਅਸ ਕਿਹਾ ਸੀ ਆਪਾਂ ਨੇ, ਜਿਹੜੀ ਆਹ ਟਰਮ ਹੈਗੀ ਆ ਜੇ ਟੇਢਾ ਕਰਾਂਗੇ, ਜਿਹੜਾ ਰੇਡੀਅਸ ਲਿਆ ਸੀ ਆਪਾਂ ਜੇ ਟੇਢਾ ਕਰਾਂਗੇ ਤਾਂ ਆਹ ਵੀ ਟੇਢਾ ਹੋ ਗਿਆ, ਆਹ ਟਰਮ ਇਦਾਂ ਬਣ ਗਈ, ਜਿਹੜੀ ਪਹਿਲਾਂ ਸਿੱਧੀ ਸੀਗੀ ਇਹਨੂੰ ਟੇਢਾ ਕੀਤਾ ਆਪਾਂ ਨੇ ਤਾਂ ਆਹ ਜਿਹੜੀ ਹੈਗੀ ਆ ਇਹ ਟੇਢੀ ਹੋ ਗਈ ਇਹਦੇ ਨਾਲ, ਮਤਲਬ weight ਇੱਥੇ ਕਿਤੇ ਐਕਟ ਕਰੂਗਾ, ਇਹਦਾ weight ਇੱਥੇ ਕਿਤੇ ਐਕਟ ਕਰੇਗਾ। ਤੇ ਆਹ ਡਿਸਟੈਂਸ ਕਿੰਨਾ ਹੈਗਾ 3/8a, ਇਹਨੂੰ a ਮੰਨ ਲਿਆ, ਇਹ b ਮੰਨ ਲਿਆ, ਇਹ c ਮੰਨ ਲਿਆ, ਆਹ ਡਿਸਟੈਂਸ 3/8a ਹੋ ਗਈ। ਚਲੋ ਆਹ ਕਾ weight ਹੋ ਗਿਆ। ਹੁਣ ਟੈਂਸ਼ਨ ਦੀ ਗੱਲ ਕਦੋਂ ਆਉਂਦੀ ਹੈਗੀ ਆ, ਜੋ ਸਟ੍ਰਿੰਗ 'ਚ ਖਿੱਚ ਪੈਦਾ ਹੋਵੇ, ਸਟ੍ਰਿੰਗ 'ਚ ਖਿੱਚ ਕਿੱਧਰਲੇ ਪਾਸੇ ਪੈਦਾ ਹੋਵੇ, ਟੈਂਸ਼ਨ ਉਹ ਤੋਂ ਆਪੋਜ਼ਿਟ ਹੁੰਦੀ ਹੈ, ਜੇ ਪਹਿਲਾਂ ਪੜਿਆ ਹੋਵੇ ਧਿਆਨ 'ਚ ਹੋਵੇ। ਹੁਣ ਇਹਨੇ ਸਟ੍ਰਿੰਗ ਨੇ ਖਿੱਚਿਆ ਹੋਇਆ ਇਹਨੂੰ ਬਾਉਲ ਨੂੰ, ਜੇ ਸਟ੍ਰਿੰਗ ਆਪਾਂ ਛੱਡ ਦਈਏ ਤਾਂ ਬਾਉਲ ਵਾਪਸ ਆਏਗਾ ਆਪਣੀ ਪੋਜੀਸ਼ਨ ਤੇ, ਜਿਹੜੀ ਉਹਦੀ ਓਰੀਜਨਲ ਪੋਜੀਸ਼ਨ ਹੈਗੀ ਉੱਥੇ ਵਾਪਸ ਆਏਗਾ। ਤਾਂ ਮਤਲਬ ਜੇ ਆਪਾਂ ਸਟ੍ਰਿੰਗ ਛੱਡ ਦਈਏ ਇੱਥੋਂ ਖੋਲ ਦਈਏ ਤਾਂ ਬਾਉਲ ਆਪਣੀ ਓਰੀਜਨਲ ਪੋਜੀਸ਼ਨ ਦੇ ਉੱਪਰ ਵਾਪਸ ਆਏਗਾ, ਮਤਲਬ ਬਾਉਲ ਜੋ ਹੈ ਉਹ ਉੱਪਰ ਨੂੰ ਖਿੱਚ ਪਾ ਰਿਹਾ, ਸਟ੍ਰਿੰਗ ਉੱਪਰ ਨੂੰ ਖਿੱਚ ਕਿਉਂ ਪਾ ਰਿਹਾ, ਬਿਕੋਜ਼ ਜੇ ਛੱਡਾਂਗੇ ਤਾਂ ਬਾਉਲ ਸਿੱਧਾ ਹੋ ਜਾਏਗਾ ਇੱਧਰ। ਤਾਂ ਹੁਣ ਇਹ ਸਟ੍ਰਿੰਗ ਕਰਕੇ ਹੀ ਟੇਢਾ ਹੋਇਆ ਪਿਆ, ਅਦਰਵਾਈਜ਼ ਇਹ ਉੱਪਰ ਨੂੰ ਖਿੱਚ ਪਾ ਰਿਹਾ। ਜੇ ਉੱਪਰ ਨੂੰ ਖਿੱਚ ਪਾ ਰਿਹਾ ਹੈਗਾ ਤਾਂ ਟੈਂਸ਼ਨ ਇਨਬਿਲਟ ਫੋਰਸ ਹੁੰਦੀ ਹੈਗੀ ਆ ਅੰਦਰਲੇ ਪਾਸੇ, ਇਹ ਟੈਂਸ਼ਨ ਹੋ ਗਈ। ਚਲੋ ਦੋ ਫੋਰਸਾਂ ਹੋ ਗਈਆਂ, weight ਹੋ ਗਿਆ, ਟੈਂਸ਼ਨ ਹੋ ਗਿਆ। ਤੀਜੀ ਗੱਲ ਹੈਗੀ ਆ, ਜੇ ਦੋ ਬਾਡੀਆਂ ਆਪਸ ਚ ਕੰਟੈਕਟ ਚ ਹੋਣ, ਮਤਲਬ ਇਹ ਬਾਉਲ ਦਾ ਭਾਰ ਜੋ ਹੈ ਸਾਰਾ ਟੇਬਲ ਦੇ ਉੱਪਰ ਆ ਰਿਹਾ, ਇਹ ਬਾਉਲ ਦਾ ਟੇਬਲ ਉੱਪਰ ਐਕਸ਼ਨ ਹੋ ਰਿਹਾ, ਐਕਸ਼ਨ ਤੋਂ ਫਿਰ ਕੀ ਹੋਊਗਾ, ਰਿਐਕਸ਼ਨ ਹੋਊਗਾ, ਇਹ ਫਿਰ ਐਕਸ਼ਨ ਬਣੇਗਾ, ਇਹ ਰਿਐਕਸ਼ਨ ਹੋਊਗੀ। ਇਹ ਡਾਇਗਰਾਮ ਬਣੇਗੀ, ਪਰ ਡਾਇਗਰਾਮ ਬਾਕੀ ਅੱਗੇ ਸਾਰਾ ਪੈਰਲਲ ਫੋਰਸ ਦਾ ਕਨਸੈਪਟ, ਬਾਕੀ ਕੰਮ ਸਾਰਾ ਸੌਖਾ, ਇਸ ਤੋਂ ਬਾਅਦ ਉਹ ਕਰਾਂਗੇ ਆਪਾਂ। ਤਾਂ ਮੇਨ ਡਾਇਗਰਾਮ ਆ, ਡਾਇਗਰਾਮ ਦੇ ਵਿੱਚ ਇਹ ਦੋ ਗੱਲਾਂ ਨੇ, ਸ਼ਾਇਦ ਕਿਸੇ ਦਿਮਾਗ 'ਚ ਡਾਊਟ ਆ ਰਿਹਾ ਹੋਵੇ, ਪਰ ਜੇ ਡਾਊਟ ਨਹੀਂ ਆ ਰਿਹਾ ਤਾਂ ਮੈਂ ਡਾਊਟ ਮੈਂ ਹੀ ਕ੍ਰੀਏਟ ਕਰੂੰ। ਇਹਦੇ ਵਿੱਚ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਆਹ ਆਪਾਂ ਨੂੰ ਕੀ ਪਤਾ ਕਿ ਸਟ੍ਰਿੰਗ ਬਿਲਕੁਲ ਸਿੱਧੀ ਹੋਊਗੀ, ਕੀ ਪਤਾ ਸਟ੍ਰਿੰਗ ਇਦਾਂ ਹੋਵੇ ਟੇਢੀ ਹੋਵੇ। ਜੇ ਗੱਲ ਸਮਝ ਆ ਰਹੀ ਹੋਵੇ, ਮੈਂ ਸਟ੍ਰਿੰਗ ਸਿੱਧੀ ਬਣਾਈ ਹੈ ਬਿਲਕੁਲ, ਆਪਾਂ ਨੂੰ ਕਿਹੜਾ ਦਿੱਤਾ ਹੈ ਕਿ ਸਟ੍ਰਿੰਗ ਬਿਲਕੁਲ ਸਿੱਧੀ ਹੋਊਗੀ, ਵਰਟੀਕਲ ਹੋਊਗੀ, ਟੇਢੀ ਵੀ ਤਾਂ ਫੜ ਸਕਦੀ ਹੈ ਸਟ੍ਰਿੰਗ, ਪਰ weight ਹਮੇਸ਼ਾ ਵਰਟੀਕਲ ਹੋਊਗਾ, ਇਹ ਤਾਂ ਕਨਫਰਮ ਆ, ਇਹ ਚੀਜ਼ ਬਿਲਕੁਲ ਕਨਫਰਮ ਆ ਕਿ weight ਵਰਟੀਕਲ ਹੋਊਗਾ। ਜੋ ਰਿਐਕਸ਼ਨ ਹੁੰਦੀ ਹੈਗੀ ਆ ਉਹ ਸਰਫੇਸ ਦੇ ਨਾਰਮਲ ਹੋਊਗੀ, ਇਸ ਕੇਸ ਨਾਰਮਲ ਕੀ ਹੋਊਗੀ, ਟੈਂਜੈਂਟ ਦੇ ਮਤਲਬ ਕਿ ਪਰਪੈਂਡੀਕੂਲਰ ਹੋਊਗਾ, ਇਹ ਸਰਫੇਸ ਦੇ ਨਾਰਮਲ ਹੋਊਗੀ। ਆਹ ਜੇ ਤਿੰਨ ਪੈਰਲਲ ਫੋਰਸਿਸ ਹੋਣਗੀਆਂ ਤਾਂ ਬੈਲੈਂਸ ਹੋਊਗਾ, ਇਦਾਂ ਨਹੀਂ ਹੈ ਕਿ ਦੋ ਪੈਰਲਲ ਫੋਰਸ ਨੇ ਇੱਕ ਦੂਜੀ ਫੋਰਸ ਹੈ ਕਦੇ ਬੈਲੈਂਸ ਨਹੀਂ ਕਰਨਗੀਆਂ। ਇਕੁਇਲਿਬਰੀਅਮ ਬਣਾਉਣਾ ਆਪਾਂ, ਇਕੁਇਲਿਬਰੀਅਮ ਤਾਂ ਬਣੂਗਾ ਜੇ ਪਿੱਛੇ ਕੀਤਾ ਆਪਾਂ ਨੇ, ਇਹ ਤੀਜੀ ਫੋਰਸ ਵੀ ਪੱਕਾ ਪੈਰਲਲ ਚਾਹੀਦੀ ਹੈ, ਤੀਜੀ ਫੋਰਸ ਵੀ ਜੋ ਹੈ ਉਹ ਪੱਕਾ ਇਹਦੇ ਪੈਰਲਲ ਚਾਹੀਦੀ ਹੈ। ਹਾਂ ਦੋ ਸੇਮ ਡਾਇਰੈਕਸ਼ਨਸ ਨੇ, ਹੁਣ ਇਕੁਇਲਿਬਰੀਅਮ ਬਣ ਜਾਊਗਾ, ਕਿਉਂ ਬਣ ਜਾਏਗਾ, ਇਹ ਦੋਨੇ ਸੇਮ ਲਾਈਕ ਪੈਰਲਲ ਨੇ, ਰਿਜ਼ਲਟੈਂਟ ਵਿੱਚ ਹੋਊਗਾ ਕਿਤੇ। ਤਾਂ ਤੀਜੀ ਫੋਰਸ ਕਿਵੇਂ ਬਣਾਉਣੀ ਹੁੰਦੀ ਹੈ ਆਪਾਂ ਇਕੁਇਲਿਬਰੀਅਮ ਵਾਸਤੇ, ਪਿੱਛੇ ਹੀ ਪੜ੍ਹਿਆ ਸੀ ਆਪਾਂ ਲਾਸਟ ਲੈਕਚਰ ਵਿੱਚ ਕਿ ਤੀਜੀ ਫੋਰਸ ਆਪਾਂ ਏਦਾਂ ਬਣਾਉਣੀ ਹੈਗੀ ਆ ਕਿ ਉਹ ਰਿਜ਼ਲਟੈਂਟ ਦੇ ਆਪੋਜ਼ਿਟ ਹੋਵੇ, ਮਤਲਬ ਇਹਨਾਂ ਦੋਨਾਂ ਦੀ ਫੋਰਸ ਜੋ ਹੈ ਇਹਦੇ ਵਿੱਚ ਕਿਤੇ ਅਪਲਾਈ ਹੋਏਗੀ, ਜਿਹਦੇ ਵਿੱਚ ਕਿਤੇ ਅਪਲਾਈ ਹੋਏਗੀ ਜੀ ਤਾਂ ਤੀਜੀ ਫੋਰਸ ਜਿਹੜੀ ਹੈਗੀ ਆ ਉਹ ਵਿੱਚ ਹੀ ਬਣੂਗੀ ਆਪੋਜ਼ਿਟ ਸੈਂਸ ਦੇ ਵਿੱਚ, ਤਾਂ ਉਹਨੂੰ ਬੈਲੈਂਸ ਕਰੇਗੀ। ਇੱਕ ਇਹ ਗੱਲ ਬਣ ਗਈ। ਇੱਕ ਹੋਰ ਗੱਲ ਇਹਦੇ ਵਿੱਚ ਤੁਸੀਂ ਗੌਰ ਕੀਤਾ ਹੋਊਗਾ, ਇਹ ਰਿਐਕਸ਼ਨ ਜੋ ਹੈ
ਇਹ ਸੈਂਟਰ ਚੋਂ ਪਾਸ ਕੀਤੀ ਹੈ। ਇਹ 10th ਲੈਵਲ ਦੀ ਪ੍ਰੋਪਰਟੀ ਹੈ। ਜਿਵੇਂ ਸਰਕਲ ਦੀ ਗੱਲ ਕਰੀਏ ਆਪਾਂ, ਸਰਕਲ ਦੇ ਵਿੱਚ ਟੈਂਜੈਂਟ ਹੋਵੇ, ਟੈਂਜੈਂਟ ਕੀ ਹੁੰਦੇ, ਟੱਚ ਕਰੇ, ਟੈਂਜੈਂਟ ਦੇ ਜਿਸ ਪੁਆਇੰਟ ਤੇ ਟੱਚ ਕਰਦੀ ਹੈ ਉਹਨੂੰ ਕਹਿੰਦੇ ਆਪਾਂ ਪੁਆਇੰਟ ਆਫ ਕੰਟੈਕਟ। ਇਹ ਪੁਆਇੰਟ ਆਫ ਕੰਟੈਕਟ ਤੋਂ ਜੇ ਆਪਾਂ ਕੋਈ ਪਰਪੈਂਡੀਕੂਲਰ ਡਰਾ ਕਰਾਂਗੇ ਤਾਂ ਉਹ ਸੈਂਟਰ ਚੋਂ ਪਾਸ ਕਰਦਾ। ਟੈਂਜੈਂਟ ਦੇ ਉੱਪਰ ਜਿੱਥੇ ਪੁਆਇੰਟ ਆਫ ਕੰਟੈਕਟ ਆ, ਜਿੱਥੇ ਟੈਂਜੈਂਟ ਮਿਲ ਰਹੀ ਹੈਗੀ ਉੱਥੇ ਪਰਪੈਂਡੀਕੂਲਰ ਡਰਾ ਕਰਾਂਗੇ ਆਪਾਂ, ਉਹ ਸੈਂਟਰ ਚੋਂ ਪਾਸ ਕਰੇਗਾ। ਹੁਣ ਇਹੀ ਪ੍ਰੋਬਲਮ ਆ, ਜਿਹੜੇ ਪਹਿਲਾਂ ਨਹੀਂ ਪੜ੍ਹ ਰਹੇ ਉਹਨੂੰ ਲੱਗੂਗਾ ਪਤਾ ਕਿ ਇਹ ਕੀ ਸਰ ਬੋਲੀ ਜਾ ਰਹੇ ਹੈਗੇ ਨੇ, ਜਿਹਦਾ ਬੜਾ ਔਖਾ ਕੰਮ। ਪਰ ਜਿਹੜੇ ਬੱਚੇ ਪੜ੍ਹ ਰਹੇ ਉਹਨੂੰ ਲੱਗੂਗਾ ਕਿ ਇਹ ਤਾਂ ਕਾਫੀ ਇੰਟਰਸਟਿੰਗ ਹੈ, ਸਾਨੂੰ ਨਵੀਂ ਚੀਜ਼ ਹੋਰ ਲੱਗ ਰਹੀ ਹੈ ਪਤਾ। ਦੋ ਗੱਲਾਂ ਹੁੰਦੀਆਂ ਨੇ। ਜਿਹੜੇ ਬੱਚੇ ਨਹੀਂ ਪੜ੍ਹਦੇ ਹੈਗੇ ਉਹਨਾਂ ਨੂੰ ਏਦਾਂ ਲੱਗਦਾ ਹੁੰਦਾ ਹੈ ਕਿ ਇਹ ਤਾਂ ਨਵੀਂ ਚੀਜ਼ ਤੋਂ ਹੀ ਆ, ਇਹ ਨਵੀਂ ਚੀਜ਼ ਪਤਾ ਨਹੀਂ ਕਿੱਥੋਂ ਆ ਗਈ, ਪੁਰਾਣੀ ਸਮਝ ਨਹੀਂ ਆ ਰਹੀ ਕਿ ਨਵੀਂ ਚੀਜ਼ ਆਈ ਜਾ ਰਹੀ ਹੈ। ਜਿਹੜੇ ਬੱਚੇ ਪੜ੍ਹ ਰਹੇ ਹੁੰਦੇ ਹੈਗੇ ਉਹਨਾਂ ਨੂੰ ਨਵਾਂ ਟੌਪਿਕ 'ਚ ਕਿਉਰਿਓਸਿਟੀ ਹੁੰਦੀ ਹੈ। ਉਹ ਕੀ ਹੁੰਦਾ ਹੈ ਕਿ ਇਹ 'ਚ ਨਵਾਂ ਕੀ ਉਹ ਦੇਖੀਏ, ਸਿੱਖੀਏ। ਇੱਕ ਤਾਂ ਹੁੰਦਾ ਨਵੀਂ ਚੀਜ਼ ਨੂੰ ਸਿੱਖਣਾ, ਉਹਨੂੰ ਕਿਉਰਿਓਸਿਟੀ ਕਹਿੰਦੇ ਆ ਆਪਾਂ। ਇੱਕ ਹੁੰਦਾ ਨਵੀਂ ਚੀਜ਼ ਬੋਝ ਸਮਝਣਾ, ਉਹ ਟੈਨਸ਼ਨ ਹੋ ਗਈ। ਟੈਨਸ਼ਨ ਤਾਂ ਪਊਗੀ ਜੀ ਜੇ ਆਪਾਂ ਕੰਮ ਨਾਲ ਨਹੀਂ ਪੜ੍ਹਾਂਗੇ। ਜੇ ਕੰਮ ਪੜ੍ਹੋਗੇ ਤੁਹਾਨੂੰ ਥੋੜੀ ਕਿਉਰਿਓਸਿਟੀ ਬਣੂਗੀ ਕਿ ਲਾਸਟ ਲੈਕਚਰ 'ਚ ਆਹ ਨਵਾਂ ਕੰਮ ਕੀਤਾ ਸੀ, ਹੁਣ ਇਸ ਲੈਕਚਰ 'ਚ ਕਿਹੜਾ ਨਵਾਂ ਕੰਮ ਆਊਗਾ ਅਸੀਂ ਸਿੱਖੀਏ। ਹੁਣ ਐਵੇਂ ਇਹਦੇ ਵਿੱਚ ਨਵਾਂ ਕੰਮ ਕਾਫੀ ਆਇਆ ਜੀ ਸਿੱਖਣ ਵਾਸਤੇ। ਮਤਲਬ ਜਿਹੜੇ ਪੜ੍ਹ ਰਹੇ ਹੈਗੇ ਨੇ ਉਹਨਾਂ ਦੀ ਨੌਲੇਜ ਦੇ ਵਿੱਚ ਵਾਧਾ ਹੋ ਰਿਹਾ, ਜਿਹੜੇ ਨਹੀਂ ਪੜ੍ਹ ਰਹੇ ਹੈਗੇ ਉਹਨਾਂ ਦੀ ਟੈਨਸ਼ਨ ਵੱਧ ਰਹੀ ਹੈ, ਇਹ ਪਤਾ ਨਹੀਂ ਕਿੱਥੋਂ ਆ ਗਿਆ। ਤੋ ਦੇਖੋ ਮੈਂ ਡਾਇਗਰਾਮ ਫਿਰ ਪ੍ਰੋਪਰ ਵੱਡੀ ਬਣਾ ਰਿਹਾ ਹੈਗਾ ਸਮਝਾਉਣ ਵਾਸਤੇ, ਫਿਰ ਪ੍ਰੋਪਰ ਸੋਲਵ ਕਰਦੇ ਹਾਂ ਆਪਾਂ। ਇਹ ਬਾਉਲ ਆ ਜੀ, ਹੁਣ ਲੱਗ ਗਿਆ ਪਤਾ ਸਟ੍ਰਿੰਗ ਜੋ ਹੈ ਸਿੱਧੀ ਹੋਊਗੀ, इधर टेंशन होएगी, आ रेडियस ई, आ भी रेडियस होगा जी ई। जो वेट है इत्थे किते एक्ट करेगा ते इहदा 3/8 ए डिस्टेंस होगा। जो रिएक्शन होएगी ये जो पास करेगी। ए बी सी ये नहीं कर रहा। हूँ पैरेलल फोर्स का कंसैप्ट लाना अपने जिन्हें पिछे किया सी पिछे प्रोड्यूस कर लो। ये पिछे प्रोड्यूस कर लिया अपने डी। पिछे प्रोड्यूस करने तो बाद ये मान लो ई पॉइंट से मीट कर दो। पैरेलल फोर्स की होंगे P इंटू ए सी क्यू इंटू बी सी। इत्थे होगा बाय पैरेलल फोर्सेस W इंटू सी ई इज इक्वल टू T इंटू डी ई। हम बस ट्रिग्नोमेट्री यूज करके अपने एक ई सी कढ़ना, अपने एक ई डी कढ़ना। हम 10th ये BSc लैवल का काम सीगा। ਹੁਣ 10th ਲੈਵਲ ਦਾ ਕੰਮ ਯੂਜ਼ ਕਰਕੇ CE ਤੇ DE ਕੱਢਣਾ। ਉਹ ਧਿਆਨ ਚ ਕਿਉਂਕਿ ਟ੍ਰਾਇੰਗਲ ਲੈ ਲਿਆ, ਟ੍ਰਾਇੰਗਲ 'ਚ ਇੱਕ ਐਂਗਲ ਪਤਾ ਹੋਵੇ ਤੇ ਸਾਈਡ ਪਤਾ ਹੋਵੇ। ਇੱਕ ਐਂਗਲ ਪਤਾ ਹੋਵੇ ਆਪਾਂ ਨੂੰ, ਇੱਕ ਸਾਈਡ ਪਤਾ ਹੋਵੇ। ਆਪਾਂ ਨੂੰ ਇਹ ਲੈਂਥ ਦਿੱਤੀ ਹੋਈ ਹੈ L, ਕਿਉਂਕਿ ਐਂਗਲ ਨਹੀਂ ਪਤਾ ਇਹ ਸਾਈਡ ਯੂਜ਼ ਕਰਕੇ ਆਪਾਂ L ਦੇਖਾਂਗੇ। ਚਲੋ ਇਹਨੂੰ ਆਪਾਂ ਇਹਦੇ ਉੱਪਰ ਪਰਪੈਂਡੀਕੂਲਰ ਡਰਾ ਕਰ ਲਿਆ। ਜੇ ਇਹ ਡਿਸਟੈਂਸ L B D E F Z, तो देखो ध्यान ये अपना डिस्टेंस ए भी एल होगा एफ जी। हेयर एफ जी इज इक्वल टू एल। पहला देख लो किवें कर रहे हैं आप। जे आपां नूं आह वाला एंगल पता होवे कितना होगा, आह वाला एंगल पता होवे, साइड पता है कि 3/8 ते आह साइड निकल जाएगी। एंगल पता होवे ट्रायंगल दी, एक साइड पता होवे बाकी साइड कट सकते हैं। ਹੁਣ ਇਹ ਐਂਗਲ ਕੱਢ ਰਹੇ ਆਪਾਂ ਕਿੰਨਾ, ਇਹ ਵਾਲਾ ਐਂਗਲ ਆਪਾਂ ਕੱਢ ਰਹੇ ਹਾਂ। ਇਹ ਵੀ ਐਂਗਲ ਕੱਢ ਸਕਦੇ ਹਾਂ।
जे हुण आ एंगल पता होगा, आ साइड पता पूरी देखो ट्रायंगल च, जे आ साइड पता हैगी आपां नूं तां आ एंगल पता होवे तां आ साइड निकल जूगी, यही साइड इहदे बराबर होगी। जो कर रहे हैं आपां पहलां ये एंगल कट रहे हैं, एंगल नहीं पता, ये एंगल निकल जाएगा जे आह लेंथ एल हैगी आ, आह एल, दैन जो ए जी लेंथ हैगी आ वो आऊगी ए माइनस एल। ये पूरी लेंथ ए है, भी रेडियस, सारे रेडियस होंगे सेंटर तो, ये भी रेडियस, आ भी रेडियस, आ भी रेडियस, सारे रेडियस होंगे। आ रेडियस ए है पूरा, तो आ लेंथ कितनी बच गई ए माइनस एल। आ लेंथ पता, आ लेंथ पता हैगी है, देयरफॉर इन्हूं थीटा मान लो, एंगल ई पा के थीटा ले लिया, तो कॉस थीटा बनेगा अपने को, ये एंगल थीटा ले लिया। बेस, बेस पता अपन बेस कितना ए माइनस एल, बेस अपॉन हाइपोटेन्यूज से कॉस थीटा आ जाएगा। बाकी सारा सॉल्व हो जाएगा। हम देखो ध्यान नाल, जे ये कॉस थीटा, ये एंगल थीटा, तो ये एंगल कितना होगा, आल्सो एंगल सी ए ई, ये कितना बनेगा, ये देखने लग रहा होगा जी कि एंगल 90 है। ये दोनों परपेंडिकुलर, जो डायरा बनाई सी आपां हेमिस्फीयर दी, ये बिल्कुल इदा सीधा सी, वर्टिकल सी, हॉरिजॉन्टल सी। जो आपां स्ट्रिंग नहीं बनी सी, तो वर्टिकल ते हॉरिजॉन्टल दे विच एंगल कितना हुंदा हैगा 90। उस तो बाद जो ए वर्टिकल सीगी, जो इत्थे स्ट्रिंग बनी है वर्टिकल घूम के इधर आ गई साइड ते, ये आ गई है वर्टिकल, तो एंगल 90 है इन्हां विच। तो एंगल ए सी या सी ए ई कितना हो जाऊगा, ये थीटा हो गया ओवर 90 है, तो 90 माइनस थीटा हो जाएगा। तो ये एंगल लग गया पता, ਆਪਾਂ ਹੁਣ CE ਕੱਢ ਰਹੇ ਹਾਂ, इन ट्रायंगल ACE, CE बटा CE बटा लिया ਆਪਾਂ ने, ਲੱਭਣੀ है परपेंडिकुलर बटा हाइपोटेन्यूज, ये साइन बनेगा, हाइपोटेन्यूज उधर ले जाओ, 3/8 A साइन 90 माइनस थीटा, ये बन गया 3/8 A cos थीटा। ये पहला आ गया जी, सी निकल गया। हुण आप ट्रायंगल लवांगे आप, ये सारा 10th क्लास का काम है जी, इन ट्रायंगल ए बी एफ। मैं नवा तरीका ला रहा है, ए साइड पता, ए एंगल पता आपां नूं, ये लभना आपां, ए दे बराबर होगा डी दे बराबर होगा। जे ए निकल गया डी निकल गया, डी ई आपां नूं चाहिदा। हुण इहनूं कड्ढण दा तरीका एक तो हो गया अपने कोल, जिवें परपेंडिकुलर अपन हाइपोटेन्यूज ला लिया, परपेंडिकुलर अपन हाइपोटेन्यूज ला लिया तां निकल जाऊगा, जां आपां मैं इदां कट रहे हैं, ये तरीका भी ध्यान रखना। ये साइड कड्ढी हुई है अपने ए माइनस एल, ए पूरी ठीक कर लो, ए एफ सीगा जी, ए एफ जिहड़ा ए एफ डिस्टेंस हैगा अपने कोल ए माइनस एल, जे ये ए माइनस एल आ भी पता बाई पाइथागोरस लाके बी एफ कर लांगे, मतलब बी एफ कितना होगा, रूट ऑफ हाइपोटेन्यूज स्क्वायर माइनस बेस स्क्वायर, ये आ जाऊगा जी ए स्क्वायर माइनस ए स्क्वायर प्लस एल स्क्वायर माइनस 2al, ये कट गया, ये आ गया 2al माइनस एल स्क्वायर का रूट। देयरफॉर DE is equals to DF is equals to, ये आ गया। हुण ए भी सी भी निकल गया, डी भी निकल गया। ये 1 च पुट कर देंगे, पुट इन 1, जो 1 च पुट किया ये आ गया W इंटू CE 3/8 A cos थीटा इज इक्वल टू T इंटू DE, DE कढ़िया आपने अंडर रूट ऑफ 2al माइनस एल स्क्वायर। टेंशन कढ़नी आप T आ गया 3a/8 cos थीटा वैल्यू भर दो
ए माइनस एल बाय ए बटा ना डब्ल्यू आ जाएगा, ये नीचे रह गया अपन, बाकी कला सॉल्व भी किया जी, ये कट गया, ये बन गया 3a माइनस एल डब्ल्यू बाय 8 अंडर रूट 2al माइनस एल स्क्वायर। तो बाकी तो सारा आ जाएगा मेन च वही गल, मेन डायग्राम आ जी, डायग्राम प्लस फॉर्मूले, बाकी 10th क्लास की ज्योमेट्री यूज हो रही है, ये अपना आंसर है जी। क्वेश्चन होर करते हैं आप। वैसे कोशिश तो यही रहेगी कि ਵੱਧ ਤੋਂ ਵੱਧ क्वेश्चन ट्राई करिए आप क्लास के, कि थोड़ा आइडिया उन्ना ज़्यादा बने। बाकी चाहे क्लास च आप सारे क्वेश्चन भी कर लीए तो भी फायदा तो होगा जे बच्चे आप क्वेश्चन ट्राई करोगे, तुसी जे आप क्वेश्चन ट्राई करोगे तो फायदा है, अदरवाइज चाहे कला कला क्वेश्चन आप क्लास सॉल्व कर लियो, कोई फायदा नहीं होना उस चीज़ का। तो एक क्वेश्चन होर कर रहे हैं, वो स्टेटमेंट पढ़ लो की है। A rigid wire without weight in the form of arc of a circle subtending an angle alpha at its center and having two weights P and Q at its extremities rest with its convexity downward upon the horizontal table. If theta be the inclination of the vertical of the radius of the end at which P is subtended, then tan theta is equals to Q sin alpha upon P plus Q cos alpha। तो ये शो करना अपने रिजिड वायर हो गई जी सख्त हो गए, रिजिड आप सख्त गया सी, सख्त वायर मतलब कि कोई वायर आ इहदा कोई वेट नहीं है, तो वायर की फॉर्म दे विच है जी, जिवें एक सर्कल आ, सर्कल दी आर्क आ, चलो ये समूथ टेबल, समूथ शायद याद हो जिहदे फ्रिक्शन ना हो, सो समूथ टेबल अपने कोल ये पूरी वायर जो हैगी है सर्कल की फॉर्म च, पर वायर सर्कल की फॉर्म च नहीं, सर्कल की आर्क आ, आर्क की होंदी है सर्कल का हिस्सा, मतलब इत्थों लैके इत्थे तक आ वायर, आ सर्कल की आर्क कहांगे आप। तो ये डॉटेड बना लिया कि यह वायर नहीं हैगी, ये वायर नहीं हैगी, बस दसण वास्ते है कि जो आर्क हैगी आ वो सर्कल की आर्क, जो आ वायर हैगी आ ये सर्कल की आर्क आ, तो जो आपने आ बनाई है लाइन विदाउट डॉटेड, जी ये लाइन हैगी है ये वायर रिप्रेजेंट कर रही है, कि दिता है कि इधरले पासे दोने एंड दे वेट लमकाया है जी, इधर वेट P है मान लो, इधर वेट Q, P Q वेट लमकाया है। रिजिड वायर मतलब रिजिड वायर तो आ गया कि वेट लमकान नाल ये लफेगी नहीं, मतलब खुलेगी नहीं सख्त, जो शेप एदी हैगी है शेप होती रहेगी, रिजिड का मतलब यह सख्त इदा नहीं है कि वेट पाने नाल ये वायर खुल जाएगी नीचे, ये वही शेप सर्कल की आर्क वाली ही रहेगी वेट पाने तो बाद। दोने वेट ने इत्थे लग रहा होगा कि रिएक्शन हो रही है, एक्शन हो रहा है, रिएक्शन दोनों भारे उपर टेबल से इत्थे पै रहे, तो रिएक्शन होगी, बैलेंस करेगी, ये सेंटर च होगी जी, इत्थे किते रिएक्शन होगी, ये सेंटर जो किते पास करेगी, सेंटर च पास करेगी। दिता कि है उन्होंने ये सारा कुछ गिवन अपन, इफ थीटा बी द इंक्लिनेशन ऑफ द वर्टिकल ऑफ द रेडियस ऑफ एंड एट विच पी इज सस्पेंडेड, जिस एंड ते P नूं आपां लमकाया है उत्थों उस एंड तो आप रेडियस ड्रॉ किया, रेडियस मेरे सेंटर तो ड्रॉ होगा, ये एंड नाल मिलाउणा आपां, क्योंकि उन्होंने कहा कि जिहड़े एंड ते P आपां सस्पेंड किया है वो रेडियस लेना, उस रेडियस का वर्टिकल दे नाल जो एंगल होगा थीटा दिता है, तो आपां आ रिलेशन प्रूव करना कि टैन थीटा जो होगा वो इसके बराबर होगा। चलो हुण ये भी लग जाना पता किवें है, चलो इहनूं आपां पिछे लै गए, पिछे लै गए जी,
तो वर्टिकल सीधा बना लो। इन पिछे लै गए जी, इदा ज्वाइन कर लो, इको लाइन च बनाने होंगे ने। इनू ओ ले लिया, ए ले लिया जी, इनू बी ले लिया, ए पॉइंट सी ले लिया। रेडियस गिवन नहीं है, अपन रेडियस चलो आप आर सपोज कर ले। डायग्राम खुली जी बनाइयो। तो बाय पैरेलल फोर्सेस, बाय पैरेलल फोर्सेस क्यू इंटू ए सी, पी इंटू बी सी। फोर्स इदा हूँ कहोगे तो गलत लिखा फॉर्मूला, फॉर्मूला सही है जी। फोर्स इंटू दिस, क्या फोर्स इंटू दिस होंगे, चलो क्यू इंटू ए सी, पी इंटू बी सी। ये मर्जी है, चाहे पी क्यू इधर पासे मान लो, पी इधर मान लो, क्यू इधर, ये अपनी मर्जी है। हम आप एक ए सी डिस्टेंस करना, आ सी पॉइंट ए सी कढ़ना डिस्टेंस एक आप कढ़ना है बी सी, दोनों कट के च भरने ने, ते जो भी है अपने को आ रिलेशन प्रूव हो जाएगा। एक होर गल समझाई गई इन्होंने, ये काफ़ी इंपॉर्टेंट है, वो गल रहेगी दसनी ये वो दी हुई हैगी आ कि जिहड़ी आर्क हैगी आ सर्कल की, वो अल्फा एंगल सबटेंड कर रही हैगी आ एट्स इट्स सेंटर। जिहड़ी ये आर्क हैगी आ, ये अल्फा एंगल सबटेंड कर रही है सेंटर ते, सेंटर ते जो है वो एंगल अल्फा बना रही है। ये गल इस रहेगी दसनी। इसका मतलब की है, ये भी 10th क्लास का कंसैप्ट है। कोई आर्क आर्क आ मान लो ए भी, ये सेंटर से कितना एंगल बनाएगी, किवें देखना होंगे कि यह आर्क के दोनों एंड पॉइंट्स सेंटर नाल ज्वाइन कर लो। जो ए वाला एंगल होगा इनू कहांगे एंगल सबटेंड बाय आर्क एट सेंटर। दोनों एंड पॉइंट्स सेंटर ज्वाइन कर लो, इनू कहांगे एंगल सबटेंड बाय आर्क एट सेंटर। तो इनू आप ज्वाइन कर लिया इदा, जोड़ा ए वाला सारा एंगल है, ये आर्क जो ए आर्क सेंटर से एंगल बना रही है, सारा एंगल की एंगल इत्थे लिख दें एंगल ए ओ बी जो है वो अल्फा सबटेंड, एंगल अल्फा, ये सारा एंगल अल्फा हो गया। इनू कितना बने आप थीटा, फिर ये एंगल कितना हो गया अपने को अल्फा माइनस थीटा। डायग्राम खुली जी बना ली, फिर क्लीयर हो जाएगा सारा। जो डायग्राम होर करने वास्ते मैं डायग्राम दोबारा बना लेना। इत्थे ए ले लिया, इत्थे बी ले लिया, इत्थे पी फोर्स मनी सी अपने, इत्थे क्यू फोर्स, ये आर रिएक्शन सी, ये सेंटर जो पास करेगी। आह ज्वाइन कर लिया, आह ज्वाइन कर लिया, ये एंगल थीटा सी, ओवरऑल एंगल अल्फा लिखिया आप, तो ये एंगल होगा अल्फा माइनस थीटा। इनू आपने ज्वाइन किया, तो ये अपने कोल इनू सी पॉइंट लिया, तो आह पॉइंट डी ला लो, आह पॉइंट बी ला लो, ये लिया सी पहला अपने। फिर लिखा सी आप पी इंटू बी सी इंटू क्यू इंटू ए सी। तो आ डायग्राम आ गई अपने को। हुण डायग्राम जो क्लीयर हो रहा, इसका रेडियस आप जो है वो आर मनिया सी, इसका रेडियस आर। तो आ ज्वाइन कर लेने पहला आप, ये सौखा ही है काम। सौखा तो कह रहा है बिकॉज साइड मनी हुई आप आर, एक साइड आ एक एंगल आ लभनिया साइड अपने डी ई, सौखा निकल जाएगा। आ साइड ये बराबर होगी, नंबरिंग बंद पा लिया, तो इनू ओ मान लिया। तो जोड़ा एंगल ए ओ सी है ये अल्फा माइनस थीटा होगा। तो इन ट्राइंगल लिया पहला, इन ट्राइंगल ओ डी ई,
एक BC कढ़ने एक AC कढ़ने चक के भरांगे आपकी आंसर बन जाएगा। ODE ट्राइंगल है जो OD है परपेंडिकुलर अपॉन हाइपोटेन्यूज साइन बनेगा, ये बन गया R sin थीटा। देयरफॉर BC सॉरी DE होगा जी, जो DE है वो परपेंडिकुलर अपॉन हाइपोटेन्यूज साइन बन जाएगा, तो जिहड़ा BC है वो DE के बराबर, तो ये कितना आ जाएगा अपने को R sin थीटा। BC निकल गया, हुण सीधा AC निकल जाएगा इस ट्राइंगल के विचों, इन ट्राइंगल AOC ट्राइंगल है, AC एंगल सामने परपेंडिकुलर हो गया, परपेंडिकुलर बटा हाइपोटेन्यूज AC, साइन सीधा लिख रहे हैं R sin अल्फा माइनस थीटा, ये दोनों निकल गए जी। नंबरिंग 1 च भरांगे, therefore 1 becomes Q into AC R sin अल्फा माइनस थीटा, P into BC R sin थीटा। R कैंसिल हो गया, इन्हें सॉल्व करके ये चौपा tan थीटा कढ़ना। हुण ये सारा +1 का काम है जी, टेंथ +1 का काम। साइन A माइनस B ये बन गया Q साइन A cos B माइनस cos A साइन, ये बन गया साइन थीटा। टाइम बनाना ਆਪਾਂ ਤਾਂ डिवाइड बाय cos थीटा ऑन बोथ, क्योंकि साइन अपॉन cos tan होंदा है, ये आ गया साइन अल्फा, cos cos कट गया, ये आ गया tan थीटा, ये आ गया P sin थीटा, इन्हें मल्टीप्लाई कर लिया अपने, Q sin अल्फा, Q cos अल्फा, tan थीटा, P sin थीटा, सॉरी इत्थे tan नहीं बनाया अपने, साइन अपॉन cos tan बनना सी। हुण tan tan एक पासे इकट्ठा कर, Q sin अल्फा इज इक्वल टू tan थीटा कॉमन काट लो जी, ये आऊगा P प्लस Q cos अल्फा, देयरफॉर tan थीटा आ गया अपने को Q sin अल्फा अपॉन P प्लस Q cos अल्फा। यही आपां प्रूव करना सी। ਜਿਹੜੇ क्वेश्चन क्लास करवाए जाते हैं ने पहला आप घरे ट्राई कर लिया करो, फिर जे प्रैक्टिस नहीं करोगे तो कोई फायदा नहीं है ना जी, ये भुल ही जाओगे। सो ठीक है, कोई प्रॉब्लम हुई तो पूछ लियो जी। थैंक यू।